Hello students, this is Gurdeep Singh from Xavier International School Chika. Today we are going to start our grammar lesson. Let's start. ਵਿਦਿਆਰਥੀਓ ਅੱਜ ਤੋਂ ਪਹਿਲਾਂ ਦੀਆਂ ਵੀਡੀਓਜ਼ ਦੇ ਵਿੱਚ ਆਪਾਂ ਗ੍ਰਾਮਰ ਦੇ ਵਿੱਚ ਪੜ੍ਹਿਆ ਹੈ ਕਿ ਧੁਨੀ ਬੋਧ ਕੀ ਹੁੰਦਾ ਹੈ, ਸ਼ਬਦ ਬੋਧ, ਉਸ ਤੋਂ ਬਾਅਦ ਅਰਥ ਬੋਧ, ਵਾਕ ਬੋਧ, ਨਾਮ ਕਿਸ ਨੂੰ ਕਹਿੰਦੇ ਹਨ, ਪੜਨਾਮ ਕੀ ਹੁੰਦਾ ਹੈ। ਵਿਦਿਆਰਥੀਓ ਅੱਜ ਦਾ ਆਪਣਾ ਜੋ ਟੌਪਿਕ ਹੈ ਉਹ ਹੈ ਕਿਰਿਆ। ਕਿਰਿਆ ਵਿਦਿਆਰਥੀਓ ਕਿਰਿਆ ਦਾ ਮਤਲਬ ਕੀ ਹੁੰਦਾ ਹੈ। ਦੇਖੋ ਜਦੋਂ ਆਪਾਂ ਕੋਈ ਵੀ ਵਾਕ ਪੜ੍ਹਦੇ ਹਾਂ, ਕੋਈ ਸੈਂਟੈਂਸ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਕਿਰਿਆ ਜ਼ਰੂਰ ਕੰਮ ਕਰ ਰਹੀ ਹੋਈ ਹੁੰਦੀ ਹੈ। ਜੇਕਰ ਆਪਾਂ ਕਹੀਏ ਤਾਂ ਬਿਨਾਂ ਕਿਰਿਆ ਤੋਂ ਕਿਸੇ ਵੀ ਵਾਕ ਦੀ ਜੋ ਕਲਪਨਾ ਹੈ ਉਹ ਹੋ ਹੀ ਨਹੀਂ ਸਕਦੀ। ਜਿਹੜੀ ਪੰਜਾਬੀ ਭਾਸ਼ਾ ਹੈ ਇਹਦੀ ਵਾਕ ਬਣਤਰ ਵਿੱਚ ਜਿਹੜਾ ਆਮ ਤੌਰ 'ਤੇ ਜਿਹੜਾ ਕਿਰਿਆ ਆਉਂਦੀ ਹੈ ਉਹ ਵਾਕ ਦੇ ਅੰਤ ਦੇ ਵਿੱਚ ਆਉਂਦੀ ਹੈ। ਪਰ ਜਦੋਂ ਅਸੀਂ ਬੋਲਚਾਲ ਦੀ ਗੱਲ ਕਰਦੇ ਹਾਂ, ਅਸੀਂ ਬੋਲਚਾਲ ਕੋਈ ਸ਼ਬਦ ਬੋਲਦੇ ਹਾਂ, ਕੋਈ ਵਾਕ ਬੋਲਦੇ ਹਾਂ ਤਾਂ ਕਈ ਵਾਰ ਇਸ ਦੀ ਜੋ ਸਥਿਤੀ ਹੈ ਉਹ ਅੱਗੇ ਪਿੱਛੇ ਵੀ ਹੋ ਜਾਂਦੀ ਹੈ। ਸੋ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ। ਕਿਰਿਆ ਕੀ ਹੁੰਦੀ ਹੈ, ਕਿਰਿਆ ਦੀਆਂ ਕਿੰਨਾ ਕਿਸਮਾਂ ਹੁੰਦੀਆਂ ਹਨ, ਇਸ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਪੜ੍ਹਾਂਗੇ। ਤੁਸੀਂ ਨਾਲ ਆਪਣਾ ਕਾਪੀ ਅਤੇ ਪੈਨ ਰੈਡੀ ਰੱਖੋ, ਤਿਆਰ ਰੱਖੋ। ਜੋ ਗੱਲਾਂ ਨੋਟ ਕਰਨ ਵਾਲੀਆਂ ਹਨ, ਜਿਸ ਤਰ੍ਹਾਂ ਹਰ ਚੀਜ਼ ਦੀ ਜੋ ਡੈਫੀਨੇਸ਼ਨ ਹੈ, ਪਰਿਭਾਸ਼ਾ ਹੈ, ਉਹ ਜ਼ਰੂਰ ਲਿਖੋ। ਕਿਰਿਆ ਕੀ ਹੈ, ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ, ਕਿਹੜੀਆਂ ਕਿਸਮਾਂ ਹਨ, ਤੁਸੀਂ ਇਹ ਚੀਜ਼ਾਂ ਸਾਰੇ ਨਾਲ ਹੁੰਦੇ ਨੋਟ ਕਰਦੇ ਜਾਣਾ, ਠੀਕ ਹੈ। ਅਤੇ ਆਪਾਂ ਅੱਗੇ ਸਟਾਰਟ ਕਰਨ ਲੱਗੇ ਹਾਂ। ਕਿਰਿਆ ਕੀ ਹੁੰਦੀ ਹੈ ਵਿਦਿਆਰਥੀਓ, ਜੇਕਰ ਅਸੀਂ ਕਿਰਿਆ ਦੀ ਪਰਿਭਾਸ਼ਾ ਦੇਖਣੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਸਹਿਣਾ ਆਦਿ ਕਾਲ ਸਹਿਤ ਪ੍ਰਗਟ ਕਰੇ, ਭਾਵ ਸਮੇਂ ਦੇ ਨਾਲ ਪ੍ਰਗਟ ਕਰੇ, ਉਸ ਨੂੰ ਕਿਰਿਆ ਆਖਦੇ ਹਨ। ਦੁਬਾਰਾ ਪੜ੍ਹਨ ਲੱਗਿਆ ਮੈਂ। ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਸਹਿਣਾ ਆਦਿ ਕਿਰਿਆ ਕਾਲ ਸਹਿਤ ਪ੍ਰਗਟ ਕਰੇ ਉਸ ਨੂੰ ਕਿਰਿਆ ਆਖਦੇ ਹਨ। ਦੇਖੋ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਪੜ੍ਹਨਾ, ਲਿਖਣਾ, ਹੱਸਣਾ, ਰੋਣਾ, ਲੜਨਾ, ਖੇਡਣਾ ਆਦਿ ਇਹ ਸਾਰੇ ਕੀ ਹਨ ਜੀ? ਕਿਰਿਆ ਹੀ ਹਨ। ਇਹ ਸਾਰੇ ਕਿਰਿਆ ਹਨ। ਇਹਨਾਂ ਤੋਂ ਵਾਕ ਦੇ ਵਿੱਚ ਕਿਸੇ ਕੰਮ ਦੇ ਹੋਣ ਦਾ ਕਾਲ ਸਹਿਤ, ਸਮੇਂ ਸਹਿਤ ਪਤਾ ਲੱਗਦਾ ਹੈ। ਹੱਸਣਾ, ਖੇਡਣਾ, ਲਿਖਣਾ, ਪੜ੍ਹਨਾ, ਲੜਨਾ ਇਹ ਸਾਰੇ ਕਿਰਿਆ ਨੂੰ ਪ੍ਰਗਟ ਕਰਦੇ ਹਨ। ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ ਕਿਰਿਆ ਕੀ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਸਧਾਰਨ ਸ਼ਬਦਾਂ ਵਿੱਚ ਕਹੀਏ ਕਿ ਉਹ ਜਾਂਦਾ ਹੈ। ਹੁਣ ਜਿਹੜਾ ਜਾਂਦਾ ਹੈ ਵਾਕ ਦੇ ਵਿੱਚ ਕੀ ਹੈ ਜੀ? ਉਹ ਕਿਰਿਆ ਹੈ। ਲੜਕੀ ਖੇਡਦੀ ਹੈ, ਖੇਡਣਾ ਵੀ ਕੀ ਹੋ ਗਿਆ? ਕਿਰਿਆ ਹੋ ਗਈ। ਉਹ ਗੀਤ ਗਾਉਂਦੇ ਹਨ, ਗਾਉਣਾ ਕੀ ਹੋ ਗਿਆ ਜੀ? ਕਿਰਿਆ ਹੋ ਗਈ, ਠੀਕ ਹੈ। ਇਸ ਤਰ੍ਹਾਂ ਜਿਹੜੀ ਕਿਰਿਆ ਹੁੰਦੀ ਹੈ ਇਸ ਦੀਆਂ ਅੱਗੇ ਕਈ ਤਰ੍ਹਾਂ ਦੀਆਂ ਕਿਸਮਾਂ ਵੀ ਹੁੰਦੀਆਂ ਹਨ। ਆਪਾਂ ਉਹਨਾਂ ਕਿਸਮਾਂ ਨੂੰ ਪੜ੍ਹਾਂਗੇ ਅੱਗੇ ਕਿਹੜੀਆਂ ਕਿਸਮਾਂ ਹੁੰਦੀਆਂ ਹਨ। ਆਪਾਂ ਇੱਕ ਦੋ ਸੈਂਟੈਂਸ ਉਰੇ ਪੜ੍ਹਦੇ ਹਾਂ। ਜਿਸ ਤਰ੍ਹਾਂ ਲਿਖਿਆ ਹੈ ਨਾ, ਵਾਕ ਦੇ ਵਿੱਚ ਵਿਦਿਆਰਥੀਓ ਜੋ ਪਰਸਨ ਕੰਮ ਕਰ ਰਿਹਾ ਹੁੰਦਾ ਹੈ ਉਹਨੂੰ ਬੋਲਦੇ ਨੇ ਕਰਤਾ। ਕਰਤਾ ਕੌਣ ਹੁੰਦਾ ਜੀ? ਜਿਹੜਾ ਵਾਕ ਦੇ ਵਿੱਚ ਕਿਰਿਆ ਨੂੰ ਕਰ ਰਿਹਾ ਹੁੰਦਾ ਹੈ। ਕਿਰਿਆ ਦਾ ਪ੍ਰਭਾਵ ਜਿਸ 'ਤੇ ਪੈਂਦਾ ਹੈ ਉਸ ਨੂੰ ਕਰਮ ਕਹਿੰਦੇ ਹਨ। ਦੇਖੋ ਵਾਕ ਵਿੱਚ ਤਿੰਨ ਚੀਜ਼ਾਂ ਹੋ ਗਈਆਂ, ਕਰਤਾ ਹੋ ਗਿਆ, ਕਰਮ ਹੋ ਗਈ ਅਤੇ ਕਿਰਿਆ ਹੋ ਗਈ, ਹੈ ਨਾ। ਕਰਤਾ ਕੌਣ ਹੈ ਜੀ? ਜਿਹੜਾ ਕੰਮ ਕਰ ਰਿਹਾ ਹੈ। ਕਰਤਾ ਕੌਣ ਹੈ? ਜਿਹੜਾ ਕੰਮ ਕਰਦਾ ਹੈ। ਕਰਮ ਕੀ ਹੈ? ਜਿਸ ਦੇ ਉੱਤੇ ਕੰਮ ਹੋ ਰਿਹਾ ਹੈ, ਕਿਰਿਆ ਹੋ ਰਹੀ ਹੈ, ਠੀਕ ਹੈ। ਅਤੇ ਜੋ ਉਸਦੇ ਵਿੱਚ ਕੰਮ ਹੋ ਰਿਹਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਰਾਮ ਰੋਟੀ ਖਾ ਰਿਹਾ ਹੈ। ਹੁਣ ਰਾਮ ਉਰੇ ਕੀ ਹੈ ਜੀ? ਕਰਤਾ। ਰੋਟੀ ਕੀ ਹੈ ਜੀ? ਕਰਮ, ਕਿਉਂਕਿ ਰੋਟੀ ਉੱਤੇ ਕੰਮ ਹੋ ਰਿਹਾ ਨਾ। ਅਤੇ ਖਾਣਾ ਕੀ ਹੋ ਗਿਆ? ਕਿਰਿਆ ਹੋ ਗਈ, ਠੀਕ ਹੈ। ਤੁਸੀਂ ਗੱਲ ਸਮਝ ਗਏ ਹੋਵੋਗੇ। ਇਸੇ ਤਰ੍ਹਾਂ ਜਿਹੜਾ ਕਰਮ ਹੁੰਦਾ ਹੈ ਇਹ ਤਿੰਨ ਪ੍ਰਕਾਰ ਦਾ ਮੰਨਿਆ ਜਾਂਦਾ ਹੈ। ਕਰਮ ਕਰਕੇ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਅਕਰਮਕ ਕਿਰਿਆ, ਦੂਸਰੀ ਸਕਰਮਕ ਕਿਰਿਆ, ਤੀਸਰੀ ਮੁੱਖ ਕਿਰਿਆ। ਇਹ ਤਿੰਨ ਕਿਸਮਾਂ ਜਿਹੜੀਆਂ ਹੈਗੀਆਂ ਨੇ ਆਪਾਂ ਗੱਲ ਕਹਿ ਦਈਏ ਤਾਂ ਕਿਰਿਆ ਦੀਆਂ ਹੁੰਦੀਆਂ ਹਨ। ਅਤੇ ਅੱਗੇ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਾਂਗੇ ਕਿ ਅਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈ ਅਕਰਮਕ ਕਿਰਿਆ। ਵਿਦਿਆਰਥੀਓ ਦੇਖੋ ਅਕਰਮਕ ਦਾ ਮਤਲਬ ਕੀ ਹੁੰਦਾ ਹੈ ਕਿ ਉਹ ਵਾਕ ਜਿਸ ਦੇ ਵਿੱਚ ਕਿਰਿਆ ਤਾਂ ਹੋਵੇ ਪਰ ਕਰਮ ਨਾ ਹੋਵੇ, ਠੀਕ ਹੈ। ਜਿਸ ਤਰ੍ਹਾਂ ਆਪਾਂ ਉੱਪਰ ਪੜ੍ਹਿਆ ਸੀ ਕਿ ਵਾਕ ਦੇ ਵਿੱਚ
ਕਰਤਾ ਹੁੰਦਾ ਹੈ, ਕਰਮ ਹੁੰਦਾ, ਕਿਰਿਆ ਹੁੰਦੀ ਹੈ। ਕਰਮ ਕੀ ਹੁੰਦਾ, ਜਿਸ ਦੇ ਉੱਤੇ ਕਿਰਿਆ ਹੋ ਰਹੀ ਹੋਵੇ। ਉਹ ਵਾਕ ਜਿਹਦੇ ਵਿੱਚ ਕਿਰਿਆ ਤਾਂ ਹੋਵੇ, ਕਰਤਾ ਵੀ ਹੋਵੇ, ਪਰ ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਆਖਿਆ ਜਾਂਦਾ ਹੈ। ਜਿਸ ਤਰ੍ਹਾਂ ਤੁਹਾਨੂੰ ਮੈਂ ਇੱਕ ਸ਼ਬਦ ਕਹਿ ਰਿਹਾ ਹਾਂ, ਕੁੱਤਾ ਭੌਂਕਦਾ ਹੈ। ਕੁੱਤਾ ਕੀ ਹੈ ਜੀ ਉਰੇ? ਕਰਤਾ ਹੈ। ਭੌਂਕਣਾ ਕੀ ਹੈ? ਉਹਦੀ ਕਿਰਿਆ ਹੈ। ਪਰ ਉਹ ਭੌਂਕ ਕਿਹਨੂੰ ਰਿਹਾ, ਇਹ ਪਤਾ ਨਹੀਂ ਆਪਾਂ ਨੂੰ, ਯਾਨੀ ਕਿ ਇਹਦੇ ਵਿੱਚ ਕਰਮ ਨਹੀਂ ਹੈ। ਇਸੇ ਤਰ੍ਹਾਂ ਬੱਚੇ ਹੱਸਦੇ ਹਨ। ਬੱਚੇ ਕੀ ਨੇ ਜੀ? ਕਰਤਾ। ਹੱਸਣਾ ਕੀ ਹੋ ਗਿਆ? ਉਹਨਾਂ ਦੀ ਕਿਰਿਆ ਹੋ ਗਈ। ਪਰ ਕਿਉਂ ਹੱਸ ਰਹੇ ਨੇ, ਕਿਸ ਦੇ ਉੱਤੇ ਹੱਸ ਰਹੇ ਨੇ, ਇਹ ਸਾਨੂੰ ਪਤਾ ਨਹੀਂ, ਯਾਨੀ ਕਿ ਕਰਮ ਨਹੀਂ ਹੈ। ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਅੱਗੇ ਦੇਖਾਂਗੇ। ਦੇਖੋ, ਵਰਖਾ ਪੈ ਰਹੀ ਹੈ। ਹੁਣ ਦੇਖੋ ਇਹਦੇ ਵਿੱਚ ਵਰਖਾ ਕੀ ਹੈ ਜੀ? ਕਰਤਾ। ਠੀਕ ਹੈ। ਇਸੇ ਤਰ੍ਹਾਂ ਸੂਰਜ ਨਿਕਲ ਆਇਆ ਹੈ। ਸੂਰਜ ਨਿਕਲ ਆਇਆ ਹੈ। ਹੁਣ ਇਸ ਵਾਕ ਦੇ ਵਿੱਚ ਸੂਰਜ ਕੀ ਹੈ ਜੀ? ਕਰਤਾ। ਮੁੰਡਾ ਹੱਸਦਾ ਹੈ। ਮੁੰਡਾ ਕੀ ਹੈ ਜੀ? ਕਰਤਾ। ਹੱਸਣਾ ਉਹਦੀ ਕਿਰਿਆ ਹੋ ਗਈ। ਕੁੜੀ ਗਾਉਂਦੀ ਹੈ। ਕੁੜੀ ਕੀ ਹੈ ਜੀ? ਕਰਤਾ। ਅਤੇ ਗਾਉਣਾ ਕੀ ਹੋ ਗਿਆ? ਉਹਦੀ ਕਿਰਿਆ ਹੋ ਗਈ। ਪਰ ਇਹਨਾਂ ਸਾਰੇ ਵਾਕਾਂ ਦੇ ਵਿੱਚ ਕੀ ਚੀਜ਼ ਦੀ ਘਾਟ ਹੈ? ਕਰਮ ਦੀ। ਇਸ ਲਈ ਇਹ ਸਾਰੇ ਕੀ ਹਨ? ਅਕਰਮਕ ਕਿਰਿਆ। ਉਪਰੋਕਤ ਵਾਕਾਂ ਵਿੱਚ ਵਰਖਾ, ਸੂਰਜ, ਮੁੰਡਾ, ਕੁੜੀ ਕਰਤਾ ਹਨ। ਰਹੀ ਹੈ, ਨਿਕਲ ਆਇਆ ਹੈ, ਹੱਸਦਾ ਹੈ, ਗਾਉਂਦਾ ਹੈ, ਗਾਉਂਦੀ ਹੈ, ਇਹ ਸਾਰਾ ਕਿਨੇ? ਅਕਰਮਕ ਕਿਰਿਆਵਾਂ ਹਨ। ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ। ਅਕਰਮਕ ਕਿਰਿਆ ਦਾ ਮਤਲਬ ਹੁੰਦਾ ਹੈ ਜਿਸ ਦੇ ਵਿੱਚ ਕਰਤਾ ਵੀ ਹੋਵੇ ਅਤੇ ਕਿਰਿਆ ਵੀ ਹੋਵੇ, ਪਰ ਉਹਦੇ ਵਿੱਚ ਕਰਮ ਨਾ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ ਜੀ? ਅਕਰਮਕ ਕਿਰਿਆ। ਦੂਸਰੀ ਆਪਾਂ ਗੱਲ ਕਰਨ ਲੱਗੇ ਹਾਂ ਜੀ ਵਿਦਿਆਰਥੀਓ, ਹੁਣ ਗੱਲ ਆ ਗਈ ਸਕਰਮਕ ਕਿਰਿਆ ਦੀ। ਸਕਰਮਕ ਕਿਰਿਆ ਦਾ ਮਤਲਬ ਕੀ ਹੁੰਦਾ ਵਿਦਿਆਰਥੀਓ? ਜਿਸ ਵਾਕ ਦੇ ਵਿੱਚ ਕਰਤਾ ਵੀ ਹੋਵੇ, ਉਸਦਾ ਕਰਮ ਵੀ ਹੋਵੇ ਅਤੇ ਕਿਰਿਆ ਵੀ ਹੋਵੇ। ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਦੇਖੋ, ਜਿਵੇਂ ਉਦਾਹਰਨ ਦੇਣਾ ਮੈਂ ਤੁਹਾਨੂੰ, ਬੱਚੇ ਤਮਾਸ਼ਾ ਦੇਖਦੇ ਹਨ। ਦੇਖੋ, ਬੱਚੇ ਉਰੇ ਕੀ ਨੇ? ਕਰਤਾ ਹੋ ਗਏ। ਤਮਾਸ਼ਾ ਕੀ ਹੋ ਗਿਆ ਜੀ? ਉਹਨਾਂ ਦਾ ਕਰਮ ਹੋ ਗਿਆ। ਵੇਖਣਾ ਕੀ ਹੋ ਗਿਆ? ਕਿਰਿਆ ਹੋ ਗਈ। ਠੀਕ ਹੈ ਜੀ। ਇਸ ਤਰ੍ਹਾਂ ਹੀ ਅਧਿਆਪਕ ਜੀ ਅਖਬਾਰ ਪੜ੍ਹਦੇ ਹਨ। ਹੁਣ ਦੇਖੋ, ਅਧਿਆਪਕ ਜੀ ਕੀ ਨੇ? ਕਰਤਾ। ਅਖਬਾਰ ਕੀ ਹੈ ਜੀ? ਉਹਨਾਂ ਦਾ ਕਰਮ, ਕਿਉਂਕਿ ਅਖਬਾਰ ਨੂੰ ਪੜ੍ਹਿਆ ਜਾ ਰਿਹਾ ਹੈ, ਕਰਮ ਹੋ ਰਿਹਾ ਉਹਦੇ ਉੱਤੇ। ਅਤੇ ਪੜ੍ਹਦੇ ਹਨ। ਪੜ੍ਹਦੇ ਕੀ ਹੋ ਗਿਆ ਜੀ? ਕਿਰਿਆ ਹੋ ਗਈ। ਮਾਤਾ ਜੀ ਰੋਟੀ ਪਕਾਉਂਦੇ ਹਨ। ਤਾਂ ਇਸ ਦੇ ਵਿੱਚ ਦੇਖੋ ਕੀ ਆ ਗਿਆ? ਮਾਤਾ ਜੀ ਕੀ ਨੇ? ਕਰਤਾ। ਰੋਟੀ ਕੀ ਹੈ? ਉਹਨਾਂ ਦਾ ਕਰਮ ਹੈ। ਪਕਾਉਣਾ ਕੀ ਹੈ? ਉਹਨਾਂ ਦੀ ਕਿਰਿਆ ਹੈ। ਤੁਸੀਂ ਮੇਰੀ ਗੱਲ ਨੂੰ ਸਾਰੇ ਸਮਝ ਗਏ ਹੋਵੋਗੇ ਵਿਦਿਆਰਥੀਓ। ਤਾਂ ਇਸ ਤਰ੍ਹਾਂ ਹੀ ਦੇਖੋ, ਅੱਗੇ ਸਕਰਮਕ ਕਿਰਿਆ ਕੀ ਹੁੰਦੀ, ਆਪਾਂ ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ। ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ, ਮੈਂ ਰੋਟੀ ਖਾ ਰਹੀ ਹਾਂ, ਬੱਚੇ ਫੁੱਟਬਾਲ ਖੇਡ ਰਹੇ ਹਨ। ਦੇਖੋ, ਉਪਰੋਕਤ ਵਾਕਾਂ ਦੇ ਵਿੱਚ ਜਿਹੜਾ ਹੋ ਗਿਆ ਮੈਂ ਅਤੇ ਬੱਚੇ, ਇਹ ਕਰਤਾ ਨੇ, ਹੈ ਨਾ। ਅਤੇ ਉਸ ਤੋਂ ਬਾਅਦ ਵਿੱਚ ਇਹਨਾਂ 'ਚ ਕਰਮ ਕੀ ਹੋ ਗਿਆ ਜੀ? ਰੋਟੀ ਅਤੇ ਫੁੱਟਬਾਲ, ਇਹ ਕਰਮ ਹੋ ਗਿਆ। ਅਤੇ ਕਿਰਿਆ ਕੀ ਹੋ ਗਈ? ਇਹਨਾਂ ਵਿੱਚ ਖਾ ਰਹੀ ਹੈ ਜਾਂ ਫਿਰ ਖੇਡਦੇ ਹਨ, ਇਹ ਕੀ ਹੋ ਗਿਆ? ਕਿਰਿਆ ਹੋ ਗਈ। ਇਹਦੇ ਵਿੱਚ ਕਰਤਾ ਵੀ ਹੈ, ਕਰਮ ਵੀ ਹੈ ਅਤੇ ਕਿਰਿਆ ਵੀ ਹੈ। ਇਸ ਲਈ ਇਹ ਸਾਰੇ ਕੀ ਹਨ? ਸਕਰਮਕ ਕਿਰਿਆ। ਜੇਕਰ ਦੇਖੋ ਇਸ ਤਰ੍ਹਾਂ ਹੁੰਦਾ, ਮੈਂ ਖਾ ਰਹੀ ਹਾਂ, ਇਹਦੇ ਵਿੱਚ ਫਿਰ ਕਰਮ ਨਹੀਂ ਹੈ, ਇਹ ਅਕਰਮਕ ਕਿਰਿਆ ਹੋਣੀ ਸੀ। ਬੱਚੇ ਖੇਡ ਰਹੇ ਹਨ, ਜੇਕਰ ਸਿਰਫ ਵਾਕ ਇੰਨਾ ਹੀ ਹੁੰਦਾ, ਬੱਚੇ ਖੇਡ ਰਹੇ ਹਨ, ਤਾਂ ਉਹ ਅਕਰਮਕ ਕਿਰਿਆ ਬਣ ਜਾਂਦੀ। ਪਰ ਹੁਣ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਕਰਮ ਆ ਚੁੱਕਿਆ ਹੈ, ਇਸ ਲਈ ਇਹ ਸਾਰੇ ਕੀ ਹਨ? ਸਕਰਮਕ ਕਿਰਿਆ। ਠੀਕ ਹੈ। ਰੋਟੀ ਫੁੱਟਬਾਲ ਕਰਮ ਹਨ, ਇਸ ਲਈ ਰਿਹਾ ਹੈ, ਰਹੇ ਹਨ, ਸਕਰਮਕ ਕਿਰਿਆਵਾਂ ਹਨ। ਤੁਸੀਂ ਮੇਰੀ ਗੱਲ ਧਿਆਨ ਨਾਲ ਸਮਝ ਗਏ ਹੋਵੋਗੇ। ਜਿਸ ਵਾਕ ਦੇ ਵਿੱਚ ਕਰਮ ਨਾ ਹੋਵੇ, ਉਸ ਨੂੰ ਬੋਲਦੇ ਹਨ ਅਕਰਮਕ ਕਿਰਿਆ। ਜਿਸ ਵਾਕ ਦੇ ਵਿੱਚ ਕਰਮ ਹੋਵੇ, ਉਸ ਨੂੰ ਕੀ ਬੋਲਦੇ ਹਨ? ਸਕਰਮਕ ਕਿਰਿਆ। ਅੱਗੇ ਆਪਾਂ ਪੜ੍ਹਨ ਲੱਗੇ ਹਾਂ, ਜੋ ਤੀਸਰੀ ਕਿਸਮ ਹੈ ਉਹ ਹੈ ਮੁੱਖ ਕਿਰਿਆ। ਵਿਦਿਆਰਥੀਓ, ਮੁੱਖ ਕਿਰਿਆ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਰਿਆ ਦੀ ਇੱਕ ਕਿਸਮ ਹੋਰ ਵੀ ਹੁੰਦੀ ਹੈ, ਉਸ ਨੂੰ ਬੋਲਦੇ ਹਨ ਸੰਸਰਗੀ ਕਿਰਿਆ। ਸੰਸਰਗੀ ਕਿਰਿਆ ਦਾ ਮਤਲਬ ਕੀ ਹੁੰਦਾ ਹੈ ਵਿਦਿਆਰਥੀਓ? ਜਿਸ ਤਰ੍ਹਾਂ ਤੁਸੀਂ ਦੇਖਦੇ ਹੋ, ਹਰੇਕ ਵਾਕ ਦੇ ਅੰਤ ਦੇ ਵਿੱਚ ਹੈ, ਹਨ, ਸੀ, ਸਨ, ਜਾਂ, ਸਾਂ, ਹੀ, ਹਾਂ ਆਦਿ ਇਹ ਸ਼ਬਦ ਆਉਂਦੇ ਹਨ। ਮੈਂ ਦੁਬਾਰਾ ਫਿਰ ਇੱਕ ਵਾਰ ਰਿਪੀਟ ਕਰ ਰਿਹਾ ਹਾਂ। ਸੰਸਰਗੀ ਕਿਰਿਆ ਕੀ ਹੁੰਦੀ ਹੈ?
ਜਦੋਂ ਵਾਕ ਦੇ ਅੰਤ ਦੇ ਵਿੱਚ ਹੈ, ਹਨ, ਸੀ, ਸਨ, ਸਾ, ਹੈ, ਹਾਂ ਆਦਿ ਸ਼ਬਦ ਆਉਂਦੇ ਹਨ, ਉਹਨਾਂ ਨੂੰ ਅਸੀਂ ਬੋਲਦੇ ਹਾਂ ਸੰਸਰਗੀ ਕਿਰਿਆ। ਸੰਸਰਗੀ ਕਿਰਿਆ ਉਹਨਾਂ ਨੂੰ ਕਹਿੰਦੇ ਹਨ। ਅਤੇ ਇਸ ਦੇ ਨਾਲ ਇੱਕ ਕਿਰਿਆ ਹੋਰ ਹੁੰਦੀ ਹੈ, ਸਹਾਇਕ ਕਿਰਿਆ, ਕਿਉਂਕਿ ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਸੰਸਰਗੀ ਕਿਰਿਆ ਦੇ ਨਾਲ ਹੀ ਕੰਮ ਕਰਦੇ ਹਨ। ਠੀਕ ਹੈ, ਜਦੋਂ ਸੰਸਰਗੀ ਕਿਰਿਆ ਕਿਸੇ ਹੋਰ ਕਿਰਿਆ ਨਾਲ ਮਿਲ ਕੇ ਵਾਕ ਕਾਲ ਪ੍ਰਗਟ ਕਰਦੀ ਹੈ ਤਾਂ ਉਸ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਦੇਖੋ, ਪਹਿਲਾਂ ਇੱਕ ਵਾਰ ਮੈਂ ਫੇਰ ਦੀ ਉਦਾਹਰਨ ਪੜ੍ਹਦਾ ਹਾਂ ਕਿ ਸਹਾਇਕ ਕਿਰਿਆ ਕੀ ਹੁੰਦੀ ਹੈ। ਜਦੋਂ ਸੰਸਰਗੀ ਕਿਰਿਆ ਤੁਹਾਨੂੰ ਪਤਾ ਲੱਗੀ ਕੀ ਹੈ, ਹਨ, ਸੀ, ਸਨ। ਜਦੋਂ ਸੰਸਰਗੀ ਕਿਰਿਆ ਕਿਸੇ ਹੋਰ ਕਿਰਿਆ ਨਾਲ ਮਿਲ ਕੇ ਕਾਲ ਪ੍ਰਗਟ ਕਰੇ, ਸੰਸਰਗੀ ਕਿਰਿਆ ਜਦੋਂ ਇਕੱਲੀ ਕਾਲ ਨੂੰ ਪ੍ਰਗਟ ਨਾ ਕਰ ਸਕੇ, ਉਸ ਨੂੰ ਕਾਲ ਪ੍ਰਗਟ ਕਰਨ ਦੇ ਲਈ ਕਿਸੇ ਸਹਾਇਕ ਕਿਰਿਆ ਦੀ ਜ਼ਰੂਰਤ ਪਵੇ ਤਾਂ ਉਸ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਮੈਂ ਗੀਤ ਗਾਉਂਦਾ ਹਾਂ, ਉਹ ਖੇਡਦਾ ਸੀ। ਦੇਖੋ ਵਿਦਿਆਰਥੀਓ, ਇਹਨਾਂ ਵਾਕਾਂ ਦੇ ਵਿੱਚ ਹਾਂ ਅਤੇ ਸੀ ਇਹ ਸਹਾਇਕ ਕਿਰਿਆ ਹਨ, ਕਿਉਂਕਿ ਇਹ ਕ੍ਰਮਵਾਰ ਗਾਉਂਦਾ ਅਤੇ ਖੇਡਦਾ ਆਇਆ ਨਾ। ਦੇਖੋ, ਮੈਂ ਗੀਤ ਗਾਉਂਦਾ ਹਾਂ, ਉਹ ਖੇਡਦਾ ਹੈ ਆਦਿ ਮੁੱਖ ਕਿਰਿਆ ਦੇ ਨਾਲ ਮਿਲ ਕੇ ਕਾਲ ਨੂੰ ਪ੍ਰਗਟ ਕਰ ਰਹੇ ਹਨ। ਹੁਣ ਅਸੀਂ ਜੋ ਅਗਲੀ ਕਿਰਿਆ ਹੈ ਮੁੱਖ ਕਿਰਿਆ, ਉਹਦੇ ਬਾਰੇ ਪੜ੍ਹਾਂਗੇ। ਮੁੱਖ ਕਿਰਿਆ ਕੀ ਹੁੰਦੀ? ਦੇਖੋ ਵਿਦਿਆਰਥੀਓ, ਜਦੋਂ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਹੋ ਸਕਦੀ ਹੈ, ਜਦੋਂ ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਸਹਾਇਕ ਕਿਰਿਆ ਦੇ ਨਾਲ ਵੀ, ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਮੁੱਖ ਕਿਰਿਆ। ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ। ਜਿਵੇਂ ਮੈਂ ਸਭ ਕਿਤਾਬਾਂ ਰੱਖਦਾ ਹਾਂ, ਇਹ ਕੀ ਹੈ ਜੀ? ਮੁੱਖ ਕਿਰਿਆ ਹੈ। ਤਾਂ ਵਿਦਿਆਰਥੀਓ, ਅੱਜ ਦਾ ਜੋ ਆਪਣਾ ਟੌਪਿਕ ਸੀਗਾ ਕਿਰਿਆ ਵਾਲਾ, ਉਹ ਕੰਪਲੀਟ ਹੈ। ਅਤੇ ਇਸ ਤੋਂ ਅਗਲਾ ਜੋ ਟੌਪਿਕ ਹੈ, ਜਿਸ ਤਰ੍ਹਾਂ ਕਿਰਿਆ ਤੋਂ ਬਾਅਦ ਵਿਸ਼ੇਸ਼ਣ ਆਉਂਦਾ ਹੈ, ਫਿਰ ਕਿਰਿਆ ਵਿਸ਼ੇਸ਼ਣ, ਆਪਾਂ ਉਸ ਦੇ ਬਾਰੇ ਵੀ ਪੜ੍ਹਾਂਗੇ। ਤੁਸੀਂ ਸਾਰਿਆਂ ਨੇ ਜੋ ਅੱਜ ਦਾ ਆਪਣਾ ਇਹ ਲੈਸਨ ਕੀਤਾ ਹੈ ਕਿਰਿਆ ਵਾਲਾ, ਇਸ ਨੂੰ ਚੰਗੀ ਤਰ੍ਹਾਂ ਇੱਕ ਦੋ ਵਾਰ ਇਹ ਵੀਡੀਓ ਦੇਖਣੀ ਹੈ, ਇਹਨੂੰ ਪੜ੍ਹਨਾ ਹੈ, ਇਸ ਨੂੰ ਨੋਟ ਵੀ ਕਰਨਾ ਹੈ ਅਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ। ਇਹ ਤੁਹਾਡਾ ਹੋਮਵਰਕ ਹੈ। ਸਾਰੇ ਬੱਚੇ ਖੁਸ਼ ਰਹੋ, ਪੜ੍ਹਾਈ ਨਾਲ ਜੁੜੇ ਰਹੋ, ਪੜ੍ਹਾਈ ਦਿਲ ਲਾ ਕੇ ਕਰੋ। ਘਰ ਦੇ ਵਿੱਚ ਆਪਣਾ ਜੋ ਸਮਾਂ ਹੈ ਉਸ ਨੂੰ ਵਿਅਰਥ ਖਰਾਬ ਨਾ ਕਰੋ, ਉਸ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਲਗਾਓ। ਕੋਈ ਵੀ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਕਿਸੇ ਕੰਮ ਦੇ ਵਿੱਚ ਸਹਾਇਤਾ ਕਰ ਸਕਦੇ ਹੋ, ਜਿਸ ਤਰ੍ਹਾਂ ਵੀ ਕਰ ਸਕਦੇ ਹੋ। ਕੁਛ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਵਿਦਿਆਰਥੀਓ, ਇੱਕ ਜੋ ਇਹ ਸਮਾਂ ਹੈ ਇਹ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਆਉਂਦਾ। ਹਰ ਚੀਜ਼ ਸਾਨੂੰ ਕੁਛ ਨਾ ਕੁਛ ਸਿਖਾ ਕੇ ਜ਼ਰੂਰ ਜਾਂਦੀ ਹੈ। ਜਿਸ ਤਰ੍ਹਾਂ ਹੁਣ ਇਹ ਮੈਂ ਆਪਣੀ ਗੱਲ ਕਰਾਂ, ਮੇਰੇ ਜੀਵਨ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੋਵੇਗਾ ਕਿ ਮੈਂ ਵਿਦਿਆਰਥੀ ਜੀਵਨ ਤੋਂ ਬਾਅਦ ਇੰਨਾ ਸਮਾਂ ਆਪਣੇ ਘਰ ਵਿੱਚ ਰਿਹਾ। ਕਦੇ ਇੰਨਾ ਸਮਾਂ ਘਰ ਦੇ ਵਿੱਚ ਫ੍ਰੀ ਰਹਿਣ ਦਾ ਮੌਕਾ ਨਹੀਂ ਮਿਲਿਆ। ਤਾਂ ਜਿੱਥੇ ਇਹ ਬੋਰਿੰਗ ਵੀ ਮਹਿਸੂਸ ਹੁੰਦਾ ਹੈ, ਤਾਂ ਬਹੁਤ ਸਾਰੀਆਂ ਗੱਲਾਂ ਸਿਖਾ ਕੇ ਵੀ ਜਾਂਦਾ ਹੈ। ਤਾਂ ਤੁਸੀਂ ਵੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਵਿਅਸਤ ਰੱਖੋ। ਘਰ ਦੇ ਵਿੱਚ ਬੈਠ ਕੇ ਹੀ ਤੁਹਾਡੇ ਅੰਦਰ ਜੇਕਰ ਕੋਈ ਕਲਾ ਹੈ, ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ, ਚੰਗੇ ਪਾਸੇ ਲਗਾਉਣ ਦੀ ਕੋਸ਼ਿਸ਼ ਕਰੋ। ਠੀਕ ਹੈ, ਇੱਕ ਆਗਿਆਕਾਰੀ ਬੱਚੇ ਬਣੋ। ਧੰਨਵਾਦ। ਤੁਹਾਡਾ ਸਾਰਿਆਂ ਦਾ ਦਿਨ ਚੰਗਾ ਰਹੇ, ਸ਼ੁਭ ਰਹੇ।